ਪੀਸੀਟੀ ਹਿਊਮੈਨਿਟੀ ਵਿਦੇਸ਼ਾਂ ਵਿੱਚ ਫਸੇ ਲੋਕਾਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ। ਜੋਗਿੰਦਰ ਸਲਾਰੀਆ। ਵਿਦੇਸ਼ਾਂ ਵਿੱਚ ਰੋਜੀ ਰੋਟੀ ਦੀ ਤਲਾਸ਼ ਵਿੱਚ ਜਾਣ ਵਾਲੇ ਲੋਕਾਂ ਅਤੇ ਖਾਸ ਕਰ ਸਾਡੇ ਦੇਸ਼ ਦੀਆਂ ਉਹ ਔਰਤਾਂ ਜੋ ਰੋਜੀ ਰੋਟੀ ਲਈ ਖਾੜੀ ਦੇਸ਼ਾਂ 'ਚ ਜਾਂਦੀਆਂ ਹਨ, ਪਰ ਗਲਤ ਏਜੰਟਾਂ ਦੇ ਹੱਥ ਚੜ੍ਹ ਕੇ ਗਲਤ ਸਿਸਟਮ ਦਾ ਸ਼ਿਕਾਰ ਹੋ ਜਾਂਦੀਆਂ ਹਨ, ਦੀ ਸਹਾਇਤਾ ਲਈ ਪੰਜਾਬ ਸਰਕਾਰ ਨੂੰ ਵਿਦੇਸ਼ ਮੰਤਰਾਲੇ ਰਾਹੀਂ ਉੱਥੇ ਜਾਣ ਵਾਲੀਆਂ ਔਰਤਾਂ ਨਾਲ ਸੰਪਰਕ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੀਸੀਟੀ ਹਿਊਮੈਨਿਟੀ ਦੁਬਈ ਦੇ ਫਾਊਂਡਰ ਜੋਗਿੰਦਰ ਸਿੰਘ ਸਲਾਰੀਆ ਨੇ ਦੀਨਾਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਲਾਰੀਆ ਨੇ ਦੱਸਿਆ ਕਿ ਸੰਸਥਾ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਦੇ ਮੱਦੇਨਜ਼ਰ ਸਾਲ 2019 ਵਿੱਚ ਉਹਨਾਂ ਦੀ ਸੰਸਥਾ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਐਡਵੋਕੇਟ ਨਰੇਸ਼ ਠਾਕੁਰ, ਐਡਵੋਕੇਟ ਸੂਰਜ ਪ੍ਰਤਾਪ ਸਿੰਘ, ਐਡਵੋਕੇਟ ਨਰਿੰਦਰ ਕੁਮਾਰ, ਐਡਵੋਕੇਟ ਐਸਪੀ ਸਿੰਘ ਵੀ ਉਹਨਾਂ ਦੇ ਨਾਲ ਹਾਜ਼ਰ ਸਨ। ਸਰ ਦੱਸ ਦਿਓ, ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਏਜੰਡਾ ਔਰ ਕੀ ਤੁਸੀਂ ਕਦੋਂ ਪ੍ਰੈਸ ਕਾਨਫਰੰਸ ਕੀਤੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਾਰੇ ਮੀਡੀਆ ਦੇ ਜੋ ਵੀ ਮੇਰੇ ਵੀਰ ਇੱਥੇ ਆਏ ਹੈਗੇ ਆ, ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈਗਾ। ਦੂਸਰੀ ਗੱਲ ਇਹ ਹੈਗੀ ਆ ਕਿ ਅੱਜ ਇੱਥੇ ਆਉਣ ਦਾ ਜੋ ਇਕੱਠੇ ਹੋਣ ਦਾ ਇੱਕ ਇਹ ਕਾਰਨ ਸੀਗਾ ਕਿ ਅੱਜ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਖਾਸ ਕਰਕੇ ਖਾੜੀ ਅਰਬ ਕੰਟਰੀਆਂ ਦੇ ਵਿੱਚ ਜਿਹੜੇ ਸਾਡੇ ਬੱਚੇ ਸਾਡੇ ਬੱਚੀਆਂ ਰਾਹ ਕਰਕੇ ਕਿਸੇ ਯਾਨੀ ਕਿ ਝਾਂਸੇ ਦੇ ਕਰਕੇ ਬਾਹਰ ਚਲੇ ਜਾਂਦੇ ਹੈਗੇ ਆ, ਤਰੀਕੇ ਦੀ ਅਸੀਂ ਉਹਦੀ ਮਦਦ ਕਰ ਸਕਦੇ ਹਾਂ। ਕੁਝ ਮੇਰੇ ਵੀਰ ਜੋ ਕਿ ਤਾਲੁਕ ਰੱਖਦੇ ਹੈਗੇ ਆ ਕਾਨੂੰਨੀ ਵਿਵਸਥਾ ਦੇ ਨਾਲ, ਚਾਹੇ ਉਹ ਵਕੀਲ ਹਨ, ਚਾਹੇ ਉਹ ਕਿਸੇ ਦੂਸਰੇ ਦਾਇਰੇ 'ਚ ਕੰਮ ਕਰਦੇ ਆ, ਉਹਨਾਂ ਨੂੰ ਚਾਹੀਦਾ ਕਿ ਆਪਣੇ ਜਿਹੜਾ ਹੈਗਾ ਉਹ ਪੈਸੇ ਦੇ ਨਾਲ ਨਾਲ ਕੋਈ ਲੋੜਵੰਦ ਵੀਰਾਂ ਦੀ ਵੀ ਮਦਦ ਪਰਿਵਾਰਾਂ ਦੀ ਇਸ ਕਰਕੇ ਕੀਤੀ ਜਾਏ ਕਿ ਉਹਨਾਂ ਨੂੰ ਕਾਨੂੰਨੀ ਸਹਾਇਤਾ ਮਿਲੇ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਅਸੀਂ ਮਿਲ ਜੁਲ ਕੇ ਇੱਕ ਚੰਗੇ ਭਾਰਤ ਦੀ ਚੰਗੇ ਕੱਲ੍ਹ ਦੀ ਸਿਰਜਣਾ ਨੂੰ ਸਿਰਜੀਏ ਔਰ ਇੱਕ ਚੰਗਾ ਪੋਜ਼ਿਟਿਵਿਟੀ ਦਾ ਜਿਹੜਾ ਸੁਨੇਹਾ ਹੈ ਉਹ ਦੁਨੀਆ ਦੇ ਵਿੱਚ ਭੇਜੀਏ। ਸਰ ਹੋਰ ਪੀਸੀਟੀ ਦੀਆਂ ਕੀ ਵਿਸ਼ੇਸ਼ਤਾਵਾਂ, ਪੀਸੀਟੀ ਹੋਰ ਮਤਲਬ ਕਿਸ ਲੈਵਲ ਦਾ ਜਿਹੜਾ ਕੰਮ ਕਰਦੀ ਹੈ ਪੀਸੀਟੀ? ਤੁਸੀਂ ਪਹਿਲਾਂ ਵੀ ਲੋਕਾਂ ਨੂੰ ਕਾਫੀ ਫਸਿਆਂ ਬੜਾ ਬਚਾ ਚੁੱਕੇ, ਉਹਦੇ ਬਾਰੇ ਥੋੜ੍ਹਾ ਦੱਸੋ। ਦੇਖੋ, ਸਮੇਂ ਸਿਰ ਜਿਹੜੇ ਸਾਡੇ ਵੀਰ ਕਈ ਪ੍ਰਦੇਸ਼ਾਂ ਦੇ ਵਿੱਚ ਫਸ ਜਾਂਦੇ ਹੈਗੇ ਆ, ਖਾਸ ਕਰਕੇ ਉਹ ਇੱਥੇ ਉਹਨਾਂ ਨੂੰ ਇੰਨੀ ਚੀਜ਼ ਦਾ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਉਹ ਵਿਜ਼ਿਟ ਟੂਰਿਸਟ ਵੀਜ਼ੇ 'ਤੇ ਚਲੇ ਜਾਂਦੇ ਆ। ਚੰਗੀ ਮੋਟੀ ਜਿਹੜੀ ਆਪਣੀ ਮਾਂ-ਬਾਪ ਦੀ ਮਿਹਨਤ ਦੀ ਕਮਾਈ ਹੁੰਦੀ ਹੈ, ਏਜੰਟਾਂ ਦੇ ਜੇਬਾਂ ਭਰ ਕੇ ਚਲੇ ਜਾਂਦੇ ਆ। ਉੱਥੇ ਜਾ ਕੇ ਉਹ ਵਿਜ਼ਿਟ ਵੀਜ਼ੇ ਦੇ ਉੱਤੇ ਮਜਬੂਰ ਹੁੰਦੇ ਆ ਕਿਉਂਕਿ ਉੱਥੇ ਖਰਚੇ ਬਹੁਤ ਹੈਗੇ ਆ, ਅਤੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਦੋਂ ਉੱਥੇ ਕੰਮ ਕਰਦੇ ਆ, ਬਲਕਿ ਵੀ ਕਈ ਵਾਰੀ ਉੱਥੋਂ ਦੀ ਜਿਹੜੀ ਲੇਬਰ ਹੈ ਜਾਂ ਉੱਥੋਂ ਦੀ CID ਆ ਉਹਨਾਂ ਨੂੰ ਫੜ ਲੈਂਦੀ ਹੈਗੀ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਾ ਕੇ ਤੇ ਵਕਤ ਗੁਜ਼ਾਰਨਾ ਪੈਂਦਾ, ਪਿੱਛੇ ਪਰਿਵਾਰ ਦੁਖੀ ਹੁੰਦੇ ਹੈਗੇ ਆ। ਸੋ ਮੈਂ ਇਹ ਚਾਹੁੰਦਾ ਕਿ ਹਮੇਸ਼ਾ ਕਿਸੇ ਵੀ ਦੇਸ਼ 'ਚ ਅਸੀਂ ਜਾਂਦੇ ਹਾਂ, ਸਾਨੂੰ ਉੱਥੋਂ ਦੇ ਦੇਸ਼ ਦੀ ਜਿਹੜੀ ਕਾਨੂੰਨੀ ਵਿਵਸਥਾ ਉਹਨੂੰ ਉਹਦਾ ਆਦਰ ਸਤਿਕਾਰ ਕਰਦੇ ਹੋਏ ਕਾਨੂੰਨ ਦਾ ਸਾਥ ਲੈਣਾ ਚਾਹੀਦਾ, ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਹੈਗਾ। ਔਰ ਕੋਈ ਵੀ ਐਸਾ ਆਪਾਂ ਜਿਹੜਾ ਗੈਰ ਕਾਨੂੰਨੀ ਬਾਹਰ ਜਾ ਕੇ ਵੀ ਐਸਾ ਕੰਮ ਨਾ ਕਰੀਏ ਜਿਸ ਨਾਲ ਸਾਡੇ ਦੇਸ਼ ਦਾ, ਸਮਾਜ ਦਾ ਔਰ ਖਾਸ ਕਰਕੇ ਪੰਜਾਬ ਦਾ ਕੋਈ ਨੁਕਸਾਨ ਹੋਵੇ ਕਿਸੇ ਪਰਿਵਾਰ ਦਾ, ਕਿਉਂਕਿ ਫਿਰ ਬਹੁਤ ਐਸੀ ਦੁਵਿਧਾ ਦੇ ਵਿੱਚੋਂ, ਐਸੀ ਮੁਸੀਬਤ ਦੇ ਵਿੱਚ ਪਰਿਵਾਰ ਫਸ ਜਾਂਦਾ ਹੈ। ਕਿਉਂਕਿ ਸਰਕਾਰਾਂ ਜਿਹੜੀਆਂ ਹੈਗੀਆਂ, ਚਾਹੇ ਉਹ ਮੌਕੇ ਦੀਆਂ ਚਾਹੇ ਉਹ ਪਿਛਲੀਆਂ ਸਰਕਾਰਾਂ ਸਨ, ਉਹਨਾਂ ਦਾ ਇੱਕ ਪ੍ਰੋਟੋਕਾਲ ਹੁੰਦਾ ਹੈਗਾ, ਉਹ ਪ੍ਰੋਟੋਕਾਲ ਦੇ ਤਹਿਤ ਸਮਾਂ ਲੱਗਦਾ ਹੈਗਾ। ਸੋ ਕਈ ਆਰਗੇਨਾਈਜੇਸ਼ਨਾਂ ਬਹੁਤ ਹੀ ਅੱਛੇ ਤਰੀਕੇ ਨਾਲ ਕੰਮ ਕਰਦੀਆਂ ਹੈਗੀਆਂ। ਸਰਕਾਰਾਂ ਵੀ ਇਹ ਸਰਕਾਰਾਂ ਦੇ ਸਹਾਇਤਾ ਤੋਂ ਬਿਨਾਂ, ਸਾਥ ਤੋਂ ਬਿਨਾਂ ਇਹ ਚੀਜ਼ਾਂ ਨਾਮੁਮਕਿਨ ਹੈਗੀਆਂ। ਸਾਨੂੰ ਵੀ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ। ਜਿੱਥੇ ਸਰਕਾਰ ਚੰਗਾ ਕੰਮ ਕਰਦੀ ਹੈ ਸਾਨੂੰ ਉਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈਗੀ ਹੈ। ਜਿੱਥੇ ਸਰਕਾਰ ਥੋੜ੍ਹੀ ਦੇਰੀ ਕਰਦੀ ਹੈਗੀ ਹੈ ਇਨਸਾਫ ਦੇਣ ਦੇ ਵਿੱਚ, ਸਾਡਾ ਫਰਜ਼ ਬਣਦਾ ਇੱਕ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਕਿ ਅਸੀਂ ਉਹਨਾਂ ਨੂੰ ਜ਼ਰੂਰ ਇਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਈਏ ਕਿ ਕੋਈ ਵੀ ਕਿਸੇ ਵੀ ਪ੍ਰਾਂਤ ਦਾ, ਕਿਸੇ ਸਟੇਟ ਦਾ ਕੋਈ ਵੀਰ ਬਾਹਰ ਅਗਰ ਫਸਿਆ ਤੇ ਉਹਨਾਂ ਨੂੰ ਜੋ ਵੀ ਮੁੱਢਲੀ ਉਹਨਾਂ ਦੀ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਸਰਕਾਰਾਂ ਦੇਣ। ਹਾਂ, ਇੱਥੇ ਮੈਂ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਜ਼ਰੂਰ ਲਿਆਉਣਾ ਚਾਹੁੰਦਾ ਹੈਗਾ ਕਿ ਸਾਡੇ ਜਿਹੜੇ ਕੌਂਸਲੇਟ ਜਨਰਲ ਆਫਿਸ ਹੈਗੇ ਆ ਜਾਂ ਸਾਡੀਆਂ ਜਿਹੜੀਆਂ ਐਮਬੈਸੀਆਂ ਹੈਗੀਆਂ, ਅਕਸਰ ਦੇਖਣ ਨੂੰ ਮਿਲਿਆ ਹੈਗਾ ਕਿ ਕੌਂਸਲੇਟ ਜਨਰਲ ਜਿਹੜੇ ਸਾਡੇ ਆਫਿਸ ਹੈਗੇ ਆ, ਉੱਥੇ ਇੱਕ ਬੜਾ ਹੀ ਜਿਹੜਾ ਉਹ ਲੀਗਲ ਜਿਹੜੀ ਐਡਵਾਈਸ ਹੈਗੀ ਆ ਜਾਂ ਸਾਡੀ ਉੱਥੇ ਲੀਗਲ ਜਿਹੜੀ ਸਹਾਇਤਾ
ਉਹਦੀ ਹੋਰ ਵਧਾਈ ਜਾਵੇ। ਉਹ ਕਰਦੇ ਤੇ ਹੈਗੇ ਆ, ਲੇਕਿਨ ਉਹਨਾਂ ਨੂੰ ਇਹਦੇ ਉੱਤੇ ਜ਼ਿਆਦਾ ਤਰਜੀਹ ਕੌਂਸਨਟਰੇਟ ਕਰਨਾ ਚਾਹੀਦਾ ਹੈਗਾ ਕਿ ਜਿਹੜੇ ਉੱਥੇ ਪਰਿਵਾਰਾਂ ਦੇ ਜਾ ਕੇ ਜੀ ਫਸ ਜਾਂਦੇ ਹੈਗੇ ਆ, ਉਹਨਾਂ ਦੀ ਕਿਸ ਤਰ੍ਹਾਂ ਮੁੱਢਲੀ ਸਹਾਇਤਾ ਦਿੱਤੀ ਜਾਵੇ, ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਤਾਂ ਕਿ ਉਹ 10 ਦਿਨ 15 ਦਿਨ ਮਹੀਨਾ ਜਾ ਕੇ ਉਹ ਕੌਂਸਲੇਟ ਜਰਨਲ ਦੇ ਜ਼ਰੀਏ ਕਿਸੇ ਵੀ ਕੋਈ ਐਸੀ ਜਗ੍ਹਾ ਹੋਵੇ ਜਿੱਥੇ ਉਹ ਆਪਣਾ ਵਕਤ ਗੁਜ਼ਾਰ ਸਕਦੇ ਆ। ਜਿਸ ਤਰ੍ਹਾਂ ਅਕਸਰ ਮੈਂ ਵੇਖਦਾ, ਖਾਸ ਕਰਕੇ ਮਾਲਵੇ ਦੀਆਂ ਸਾਡੀਆਂ ਜਿਹੜੀਆਂ ਭੈਣਾਂ ਉਹ ਬਾਹਰ ਕਿਸੇ ਕਾਰਨਾਂ ਕਰਕੇ ਜਦੋਂ ਆਪਣੀ ਰੋਜੀ ਰੋਟੀ ਦੇ ਕਰਕੇ ਜਾਂਦੀਆਂ ਹੈਗੀਆਂ, ਤੇ ਉੱਥੇ ਜਾ ਕੇ ਉਹਨਾਂ ਨੂੰ ਜਦੋਂ ਇਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਉੱਥੇ ਰਹਿਣ ਦੇ ਲਈ ਕੋਈ ਜਿਹੜੀ ਵਿਵਸਥਾ ਉਹ ਚੰਗੀ ਨਹੀਂ ਹੁੰਦੀ। ਜਦੋਂ ਉਹ ਉੱਥੋਂ ਆਪਣੇ ਕਿਸੇ ਸਪਾਂਸਰ ਜਰੀਏ ਜਾਂ ਏਜੰਟਾਂ ਦੇ ਜਰੀਏ ਉੱਥੇ ਪਹੁੰਚੀ ਹੁੰਦੀ ਆ, ਤੇ ਉਹਨਾਂ ਦੇ ਲਈ ਰਹਿਣ ਦਾ ਜਿਹੜਾ ਬੰਦੋਬਸਤ ਉਹ ਕਰਨਾ ਚਾਹੀਦਾ ਹੈਗਾ। ਔਰ ਉਹਨਾਂ ਦੇ ਆਉਣ ਜਾਣ ਵਾਸਤੇ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਕਿ ਉਹ ਖਾਸ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਹੈ, ਕਿਉਂਕਿ ਮੈਂ ਪੰਜਾਬ ਨਾਲ ਤਾਲੁਕ ਰੱਖਦਾ ਹੈਗਾ, ਸੋ ਪੰਜਾਬ ਦੀ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਨਾਲ ਰਾਬਤਾ ਰੱਖ ਕੇ ਤੇ ਉਹਨਾਂ ਦੀ ਜਿਹੜੀ ਉਹ ਮੁੱਢਲੀ ਸਹਾਇਤਾ ਉਹ ਜ਼ਰੂਰ ਕਰਨ, ਤਾਂ ਕਿ ਸਾਡੇ ਜਿਹੜੇ ਬੱਚੇ ਬਾਹਰ ਜਾ ਕੇ ਇਹੋ ਜਿਹੇ ਕਾਨੂੰਨ ਨੂੰ ਜਾ ਕੇ ਫਿਰ ਫੇਸ ਕਰਨਾ ਉਹਨਾਂ ਲਈ ਮੁਸ਼ਕਲ ਹੈ, ਕਿਉਂਕਿ ਉਹ ਇੰਨੇ ਜ਼ਿਆਦਾ ਕਾਨੂੰਨਾਂ ਦੇ ਪ੍ਰਤੀ ਅਵੇਅਰ ਨਹੀਂ ਹੁੰਦੇ ਹੈਗੇ। ਸਰ ਤੁਹਾਡੀ ਸੰਸਥਾ ਵੱਲੋਂ ਕੁਝ ਬੰਦੇ ਛੁਡਾਏ ਵੀ ਗਏ ਜਿਹੜੇ ਬੱਚੇ ਦੇ ਫਸੇ ਸੀ, ਉਹਨਾਂ ਨੂੰ ਲਿਆ ਕੇ ਤੁਸੀਂ ਘਰ ਪਹੁੰਚਾ, ਹੁਣ ਤੱਕ ਕਿੰਨੇ ਬੰਦੇ ਨੂੰ ਪਹੁੰਚਾ ਚੁੱਕੇ ਹੋ? ਮੈਂ ਇਹੋ ਹੀ ਕਹਿਣਾ ਚਾਹੁੰਦਾ ਹੈਗਾ ਕਿ ਅੱਜ ਤੱਕ ਤੁਹਾਡਾ ਇਹ ਸਵਾਲ ਬੜਾ ਵਾਜਬ ਹੈ ਕਿ ਤੁਸੀਂ ਇਹ ਪੁੱਛਿਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਉਸ ਚੀਜ਼ ਦੇ ਇੱਕ ਗਵਾਹ ਹੋ। ਕਿਉਂਕਿ ਅੱਜ ਤੋਂ ਆਈ ਥਿੰਕ 5-6 ਸਾਲ ਪਹਿਲੇ ਤੁਸੀਂ ਜਿਹੜਾ ਮੈਨੂੰ ਪੁੱਛ ਰਹੇ ਹੋ ਕਿ ਕਾਫੀ ਬੱਚਿਆਂ ਨੂੰ ਵਾਪਸ ਛੁਡਾ ਕੇ ਭੇਜਿਆ। ਬ੍ਰਦਰ, ਅੱਜ ਤੱਕ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਇਸ ਕਿਸਮ ਦੀ ਗਿਣਤੀ ਨਹੀਂ ਰੱਖੀ, ਕਿਸੇ ਜਾਤ ਪਾਤ ਨਸਲ ਕਾਸਟ ਕਰੀਡ ਕੰਟਰੀ ਨੂੰ ਤਰਜੀਹ ਨਹੀਂ ਦਿੰਦੇ ਹੋਏ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਕਹਿੰਦੇ ਆ ਨੇਕੀ ਕਰ ਦਰਿਆਵੇਂ ਡਾਲ, ਕਦੀ ਇਹੋ ਜਿਹੀਆਂ ਗਿਣਤੀਆਂ ਨਹੀਂ ਰੱਖੀਆਂ ਕਿ ਕਿੰਨੇ ਲੋਕ ਲੈ ਕੇ ਆਏ ਆ। ਲੇਕਿਨ ਹਾਂ, ਜਿਹੜਾ ਲੈ ਕੇ ਆ ਮੇਰੀ ਰੂਹ ਨੂੰ ਇਸ ਚੀਜ਼ ਦੀ ਉਹ ਸੈਟੀਸਫੈਕਸ਼ਨ ਹੈਗੀ ਆ ਕਿ ਇੱਕ ਇਨਸਾਨ ਹੋਣ ਦੇ ਨਾਤੇ ਜਿੰਨਾ ਕੁ ਮੈਨੂੰ ਅਕਾਲ ਪੁਰਖ ਨੇ ਹਿੰਮਤ ਤਾਕਤ ਦਿੱਤੀ ਆ, ਮੈਂ ਉਹਨਾਂ ਦੇ ਕਰ ਕਮਲਾਂ ਦੇ ਉੱਤੇ ਚੱਲਦਾ ਰਹਾ। ਔਰ ਮੈਂ ਕੋਈ ਵੀ ਅੱਜ ਤੱਕ ਤੁਹਾਡੇ ਸਾਰਿਆਂ ਦੇ ਵੀਰਾਂ ਦੇ ਚੈਨਲ ਦੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹੈਗਾ ਕਿ ਅਜੇ ਇਹ ਕੋਈ ਮੈਂ ਸੇਵਾ ਦਾ ਨਾਮ ਨਹੀਂ ਇਹਨਾਂ ਨੂੰ ਦਹਾਂਗਾ, ਕਿਉਂਕਿ ਇਹ ਇੱਕ ਇਨਸਾਨੀਅਤ ਦਾ ਸਾਡਾ ਪਹਿਲਾ ਸਟੈਪ ਹੈਗਾ। ਕਿਉਂਕਿ ਇਹ ਸਾਡੇ ਸਾਰੇ ਵੀਰਾਂ ਦਾ ਫਰਜ਼ ਬਣਦਾ ਹੈਗਾ ਕਿ ਮੈਨੂੰ ਵੇਖ ਕੇ, ਮੈਂ ਸ਼ਾਇਦ ਕਿਸੇ ਨੂੰ ਵੇਖ ਕੇ ਇਨਸਪਾਇਰ ਹੋਇਆ ਸੀਗਾ, ਸੋ ਮੈਨੂੰ ਵੇਖ ਕੇ ਕੋਈ ਹੋਰ ਵੀ ਵੀਰ ਜਿੰਨੀ ਉਹਦੀ ਸ਼ਮਤਾ ਹੈਗੀ ਆ ਉਹ ਮਾਨਵਤਾ ਦੀ ਭਲਾਈ ਦੇ ਕੰਮ ਕਰੋ। ਫਿਰ ਮੈਂ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਹੋਰ ਕਹਾਂਗਾ ਕਿ ਇਹ ਕੋਈ ਪਰਟੀਕੂਲਰ ਰੱਬ ਸਾਨੂੰ ਸਮਾਂ ਨਹੀਂ ਦਿੰਦਾ ਹੈਗਾ ਕਿ ਅਸੀਂ ਪਹਿਲਾਂ ਮਿਹਨਤਾਂ ਕਰਕੇ ਪੈਸੇ ਕਮਾ ਕੇ ਫਿਰ ਕੋਈ ਚੰਗਾ ਕੰਮ ਕਰਾਂਗੇ। ਜ਼ਿੰਦਗੀ ਜਿਹੜੀ ਕਹਿੰਦੇ ਆ ਕਿ ਇਹ ਆਸਾਂ ਪਰਬਤ ਜਿੱਡੀਆਂ ਮੌਤ ਤਲਾਵਾਂ ਹੇਠ, ਕਿਉਂਕਿ ਕੋਈ ਪਤਾ ਨਹੀਂ ਹੈਗਾ ਕਿ ਇਨਸਾਨ ਨੂੰ ਰੱਬ ਨੇ ਕਦੋਂ ਬੁਲਾਵਾ ਦੇ ਦੇਣਾ ਹੈਗਾ ਕਿ ਜਦੋਂ ਵੀ ਕੋਈ ਚੰਗਾ ਕੰਮ ਕਰਨਾ ਤੇ ਉਹ ਪਰਿਵਾਰ ਤੋਂ ਵੀ ਪੁੱਛਣ ਦੀ ਜ਼ਰੂਰਤ ਨਹੀਂ, ਮਾੜਾ ਕੰਮ ਕਰਨਾ ਦੁਸ਼ਮਣ ਤੋਂ ਵੀ ਜ਼ਰੂਰ ਸਲਾਹ ਲਵੋ ਕਿ ਕੋਈ ਮਾੜਾ ਕਰਮ ਹੋਣ ਤੋਂ ਤੁਹਾਡੇ ਤੋਂ ਬਚਿਆ ਜਾਵੇ। ਸੋ ਮੇਰਾ ਸਿਰਫ ਇਹ ਸੁਨੇਹਾ ਸੀ। ਤੁਹਾਡੇ ਸਾਰੇ ਵੀਰਾਂ ਦਾ ਇੱਥੇ ਆਉਣ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈਗਾ। ਫਿਰ ਵੀ ਤੁਸੀਂ ਕੋਈ ਸਵਾਲ ਹੈ ਤੇ ਪੁੱਛ ਸਕਦੇ ਹੈਗੇ। ਤੁਹਾਡੀ ਸੰਸਥਾ ਤੁਸੀਂ ਬਣਾਈ ਹੈ, ਕਾਫੀ ਤੁਸੀਂ ਸੋਸ਼ਲ ਕੰਮ ਕਰਦੇ ਹੋ ਉੱਥੇ ਬਾਹਰ ਰਹਿ ਕੇ ਵੀ ਜੀ। ਉਹਨਾਂ ਦੇ ਕਿਹੜੇ ਕੰਮ ਜਿਹੜੇ ਵਧੀਆ ਕੀਤੇ ਉਹਨਾਂ ਜਿਹੜੇ ਲੋਕਾਂ ਨੂੰ ਕੋਈ ਬਚਾਅ ਹੋਇਆ, ਜਦੋਂ ਤੁਸੀਂ ਉਦਾਹਰਤੀਆਂ ਨੇ ਵੀ ਲੋਕ ਫਸ ਜਾਂਦੇ ਜਾ ਕੇ, ਇਸ ਤੋਂ ਇਲਾਵਾ ਲੋਕਾਂ ਨੂੰ ਤੁਸੀਂ ਆਪਣੇ ਵੱਲੋਂ ਵੀ ਕੋਈ ਸੰਸਥਾ ਵੱਲੋਂ ਕੋਈ ਦਿੱਤੀ ਜਾਂ ਏਡ ਦਿੱਤੀ ਗਈ ਇੱਦਾਂ? ਹਾਂ, ਇਹ ਗੱਲ ਜ਼ਰੂਰ ਹੈਗੀ ਹੈ ਕਿ ਸਾਡੇ ਕਈ ਵੀਰ ਜਿਹੜੇ ਹੈਗੇ ਉੱਥੇ ਜੇਲ੍ਹਾਂ 'ਚ ਫਸੇ ਹੈਗੇ ਆ, ਕਈਆਂ ਨੂੰ ਡੈਥ ਸੈਂਟੈਂਸਸ ਵੀ ਹੋਈਆਂ ਹੈਗੀਆਂ, ਕਈਆਂ ਨੂੰ ਮਰਸੀ ਪਲੀ ਪਾ ਕੇ ਤੇ ਉਹਨਾਂ ਨੂੰ ਬਚਾਉਣ ਵਾਲਾ ਅਕਾਲ ਪੁਰਖ ਹੈ, ਇਨਸਾਨ ਸਿਰਫ ਇੱਕ ਜਰੀਆ ਹੁੰਦਾ ਹੈਗਾ। ਸੋ ਛੋਟੇ ਕਈ ਵਾਰੀ ਮਾਈਨਰ ਕੇਸਾਂ ਦੇ ਵਿੱਚ ਜਿਹੜੇ ਸਾਡੇ ਵੀਰ ਜਾ ਕੇ ਕੋਈ ਗਲਤ ਹਰਕਤ ਕਰਕੇ ਕਿਸੇ ਛੋਟੀ ਮੋਟੀ ਵਾਰਦਾਤ ਦੇ ਵਿੱਚ ਉੱਥੇ ਜੇਲ੍ਹਾਂ 'ਚ ਫਸ ਜਾਂਦੇ ਹੈਗੇ ਆ। ਅਸੀਂ ਖਾਸ ਕਰਕੇ ਮੈਂ 3-4 ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਦੁਬਈ ਪੁਲਿਸ ਨਾਲ, ਹਿਊਮਨ ਰਾਈਟਸ ਨਾਲ, ਹਿਊਮਨ ਟ੍ਰੈਫਿਕਿੰਗ ਦੇ ਨਾਲ ਔਰ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੁਬਈ ਦੇ ਨਾਲ ਬੜਾ ਕਰੀਬ ਤੋਂ ਕੰਮ ਕਰਦਾ ਔਰ ਖਾਸ ਕਰਕੇ ਕੋਸ਼ਿਸ਼ ਕਰਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਮਸਲਾ ਹੈਗਾ ਉਹ ਆਪਾਂ ਕਿਸ ਤਰ੍ਹਾਂ ਸੁਲਝਾ ਸਕਦੇ ਹੈਗੇ ਆ, ਕਿਸੇ ਜਾਤ ਪਾਤ ਨੂੰ ਪ੍ਰਾਇੋਰਟੀ ਦੇਣ ਦੀ ਬਜਾਏ ਇਨਸਾਨੀਅਤ ਨੂੰ। ਔਰ ਇਹ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਕਾਫੀ ਪਰਿਵਾਰਾਂ ਨੂੰ, ਕਾਫੀ ਜਿਹੜੇ ਜੀਵ ਹੈ ਉਹਨਾਂ ਨੂੰ ਉੱਥੋਂ ਬਚਾਇਆ ਗਿਆ ਹੈਗਾ। ਔਰ ਬਚਾਉਣ ਵਾਲਾ ਫਿਰ ਮੈਂ ਇਹੋ ਗੱਲ ਕਹਿੰਦਾ ਕਿ ਇਹ ਸਾਰਾ ਜਿਹੜਾ ਸਿਹਰਾ ਮੇਰੇ ਉਹ ਅਕਾਲ ਪੁਰਖ ਤੇ ਜਾਂਦਾ, ਤੁਹਾਡੇ ਭਰਾਵਾਂ ਦੇ ਸਦਕੇ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸਦਕੇ ਕੰਮ ਸੰਭਵ ਹੁੰਦੇ ਹੈਗੇ ਆ। ਸੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਹੈਗਾ ਕਿ ਆਪਾਂ ਕੋਸ਼ਿਸ਼ ਕਰਦੇ ਰਹੀਏ ਕਿ ਜਿੰਨਾ ਵੀ ਸਮਾਂ ਜਿਹੜਾ ਹੈਗਾ ਉਹ ਇਸੇ ਚੰਗੇ ਕੰਮਾਂ ਦੇ ਵਿੱਚ ਲੱਗਣਾ ਚਾਹੀਦਾ ਹੈ। ਹੁਣ ਤੁਸੀਂ ਗੱਲ ਹੋ ਗਈ ਸੇਵਾ ਦੀ, ਹੁਣ ਕਿਆ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਸਿਆਸਤ ਵਾਲੇ ਨੂੰ ਤੁਸੀਂ ਲੋਕਾਂ ਦੀ ਸੇਵਾ ਕਰਨਾ ਚਾਹੋਗੇ? ਮੇਰੇ ਵੀਰ, ਦੁਨੀਆ ਦੇ ਵਿੱਚ ਮੈਨੂੰ ਇਹ ਗੱਲ ਦੱਸੋ ਕਿ ਘਰਾਂ ਦੇ ਵਿੱਚ ਸਿਆਸਤ ਹੋ ਰਹੀ ਹੈ, ਪੋਲਿਟਿਕਸ ਹੋ ਰਹੀ ਹੈ, ਕੋਈ ਦੁਨੀਆ 'ਚ ਇੱਕ ਐਸਾ ਇਨਸਾਨ ਨਹੀਂ ਹੈ ਕਿ ਜਿਹੜਾ ਸਿਆਸਤ ਨਹੀਂ ਕਰ ਰਿਹਾ ਹੈਗਾ। ਸਿਆਸਤ ਮੈਨੂੰ ਇਹ ਦੱਸੋ ਕਿ ਆਪਾਂ ਕੌਣ ਨਹੀਂ ਕਰ ਰਹੇ? ਸਿਆਸਤ ਅਸੀਂ ਸਾਰੇ ਕਰ ਰਹੇ ਹਾਂ। ਸਿਆਸਤ ਕੋਈ ਮਾੜੀ ਚੀਜ਼ ਨਹੀਂ ਹੈਗੀ। ਸਿਆਸਤ
ਉਹਨੂੰ ਕਿਹਾ ਜਾਂਦਾ ਕਿ ਜਿਹੜੀ ਡਰਟੀ ਪੋਲਿਟਿਕਸ, ਕਿਸੇ ਦਾ ਹੱਕ ਸੀਨਣਾ, ਕਿਸੇ ਨੂੰ ਜ਼ੁਲਮ, ਕਿਸੇ ਦੇ ਉੱਤੇ ਜ਼ੁਲਮ ਕਰਨਾ। ਸੋ ਇਨਸਾਨ ਇੱਕ ਬਹੁਤ ਹੀ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਈ ਵਾਰੀ ਅਸੀਂ ਕਿਉਂ ਇਹ ਜਿਹੜਾ ਸਫਾ ਦੁਹਰਾਉਂਦੇ ਹਾਂ ਕਿ ਤੂੰ ਬੰਦੇ ਦਾ ਪੁੱਤ ਬਣ ਜਾ। ਕਹਿੰਦੇ ਆ ਤੇਲ ਨਾ ਦੇਖੋ, ਤੇਲ ਦੀ ਧਾਰ ਨੂੰ ਵੇਖੋ। ਜੇ ਤੁਹਾਨੂੰ ਮੇਰੇ ਕੰਮਾਂ ਤੋਂ ਕੋਈ ਇਸ ਤਰ੍ਹਾਂ ਦੀ ਕੋਈ ਬੂ ਆਉਂਦੀ ਹੈਗੀ ਹੈ ਕਿ ਮੈਂ ਕੋਈ ਡਰਟੀ ਪੋਲਿਟਿਕਸ ਲਈ ਇਹ ਐਫਰਟਸ ਕੀਤੇ ਆ, ਪਿਛਲੇ 3 ਸਾਲ ਤੋਂ ਇਸ ਏਰੀਏ ਦੇ ਵਿੱਚ ਐਂਬੂਲੈਂਸ ਜਿਹੜੀ ਦਿੱਤੀ ਹੋਈ ਹੈ, ਉਹ ਮੇਰੇ ਵੀਰ ਕੋਈ ਵੀ ਉੱਥੇ ਜਿਹੜੇ ਹੈਗੇ ਉਹ ਮੇਰੇ ਡਰਾਈਵਰਾਂ ਨੂੰ ਇਹ ਹਦਾਇਤ ਆ ਸਖਤ ਕਿ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਜਾਓ, ਪ੍ਰਾਈਵੇਟ ਹਸਪੀਟਲ ਲੈ ਕੇ ਜਾਓ, ਜਿੱਥੇ ਤੁਹਾਡਾ ਦਿਲ ਕਰਦਾ ਲੈ ਕੇ ਜਾਓ। ਸ਼ਹਿਰ ਤਾਰਾਗੜ੍ਹ ਦੇ ਦੀਨਾਨਗਰ ਰੋਡ ਦੇ ਉੱਤੇ ਸਥਿਤ ਮੇਰਾ ਆਫਿਸ ਹੈਗਾ, ਦਿੱਲੀ ਆਫਿਸ ਹੈਗਾ। ਸੋ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਜ਼ਰੂਰ ਹੁਣ ਦੱਸਣਾ ਚਾਹੂੰਗਾ ਕਿ ਇਹ ਇੰਟਰਨੈਸ਼ਨਲ ਹਿਊਮਨਿਟੇਰੀਅਨ, ਜੋ ਕਿ ਸਾਡੇ ਵਾਈਸ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਆਫ UAE ਦੇ, ਮੈਂ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਮੈਂਬਰ ਹਾਂ ਔਰ PCT ਕਮਿਊਨਿਟੀ ਦਾ ਫਾਊਂਡਰ ਹਾਂ। ਔਰ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਅਗਰ ਇਹ ਚੀਜ਼ਾਂ ਮੈਂ ਕਰਨੀਆਂ ਹੁੰਦੀਆਂ, ਮੈਂ ਪਾਕਿਸਤਾਨ ਦੇ ਵਿੱਚ ਜਾ ਕੇ ਆਪਣੀ ਮਾਈਨੋਰਿਟੀ, ਚਾਹੇ ਉਹ ਬੀਲ ਹੈ, ਚਾਹੇ ਮੇਗ ਹੈ, ਚਾਹੇ ਉਹ ਸਾਡੀ ਸਿੱਖ ਕਮਿਊਨਿਟੀ ਹੈ, ਕ੍ਰਿਸਚਨ ਕਮਿਊਨਿਟੀ ਹੈ, ਮੈਂ ਉਹਨਾਂ ਲੋਕਾਂ ਨੂੰ ਜਾ ਕੇ ਉੱਥੇ ਜਾ ਕੇ ਰੈਸਕਿਊ ਨਾ ਕਰਦਾ। ਮੀਆਂ ਮਿੱਠੂ ਜੈਸੇ ਜਿਹੜੇ ਗਦਾਰ ਸਾਡੀ ਧੀਆਂ ਭੈਣਾਂ ਦੇ ਨਾਲ ਕੁਕਰਮ ਕਰਨ ਦੇ ਮਜਬੂਰ ਕਰ ਰਹੇ ਸੀ, ਉਹਨਾਂ ਨੂੰ ਕਨਵਰਜ਼ਨ ਕਰਨ ਲਈ ਉੱਥੇ ਉਹਨਾਂ ਨੂੰ ਰੋਕਿਆ। ਮੈਂ ਇੱਥੇ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ ਵੀ ਕਿਸੇ ਧਰਮ ਨੂੰ ਅਸੀਂ ਡੰਡੇ, ਸੋਟੇ, ਤਲਵਾਰਾਂ ਲੈ ਕੇ ਡਰਾਉਣ ਦੀ ਬਜਾਏ ਅਸੀਂ ਅਗਰ ਕੋਈ ਸਾਨੂੰ ਚੰਗੀ ਸੇਧ ਮਿਲਦੀ ਹੈਗੀ ਹੈ, ਸਾਨੂੰ ਉਹ ਅਪਣਾਉਣੀ ਚਾਹੀਦੀ ਹੈਗੀ ਹੈ ਔਰ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ, ਕਿਉਂਕਿ ਜਿਹੜਾ ਬਾਪ ਦਾ ਨਹੀਂ ਬਣਿਆ ਉਹ ਚਾਚੇ ਦਾ ਕਿੱਥੋਂ ਬਣੂਗਾ। ਨਹੀਂ ਸਰ, ਸਵਾਲ ਇਹ ਹੈ ਕਿ ਤੁਸੀਂ ਇਸ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਪਰ ਤੇ ਵਰਕ ਕਰਦੇ ਪਏ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਜੇ ਪੋਲੀਟੀਕਲ ਐਂਗਲ ਤੋਂ ਜਾਂ ਪੋਲੀਟੀਕਲ ਪਲੇਟਫਾਰਮ ਤੋਂ ਕਿਤੋਂ ਕੋਈ ਆਫਰ ਮਿਲਦੀ ਹੈ, ਕੀ ਤੁਸੀਂ ਉਹਨੂੰ ਅਸੈਪਟ ਕਰੋਗੇ? ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੋ ਤੁਸੀਂ ਇਹ ਗੱਲ ਕਹਿ ਰਹੇ ਹੋ, ਬਹੁਤ ਅੱਛੀ ਗੱਲ ਕਹਿ ਰਹੇ ਹੈਗੇ ਹੋ। ਮੈਂ ਇਸੇ ਹੀ ਪੰਜਾਬ ਦਾ ਰਹਿਣ ਵਾਲਾ ਹੈਗਾ। 28 ਸਾਲ ਦਾ ਮੇਰਾ ਸਫ਼ਰ ਹੈਗਾ ਬਾਹਰਲੇ ਮੁਲਕਾਂ ਦਾ। ਮੈਂ ਬਹੁਤ ਕਰੀਬ ਤੋਂ ਪੋਲੀਟੀਸ਼ੀਅਨ ਲੋਕਾਂ ਨੂੰ ਜਾਣਦਾ ਹੈਗਾ। ਮੈਂ ਇਹ ਵੀ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰੂੰਗਾ ਕਿ ਜਿਸ ਵੇਲੇ ਇਨਸਾਨ ਕਿਸੇ ਵੀ ਸਿਆਸਤ ਦੇ ਵਿੱਚ ਆਉਂਦਾ ਹੈਗਾ ਤੇ ਉਸ ਵੇਲੇ ਕਿਹਾ ਜਾਂਦਾ ਕਿ ਉਹਦੀ ਮਕਾਨ ਦੀ ਛੱਤ ਗਿਰ ਰਹੀ ਹੁੰਦੀ ਹੈਗੀ ਹੈ। ਮੈਂ ਉਸ ਤੋਂ ਬਾਅਦ ਇਹ ਦੇਖਦਾ ਹੈਗਾ ਕਿ ਅੱਜ 4 ਦਿਨ ਪਹਿਲਾਂ ਦੀ ਇਹ ਗੱਲਾਂ ਹੈਗੀਆਂ ਕਿ ਕਿਸੇ ਪਿੰਡ ਦੇ ਵਿੱਚ ਕੋਈ ਮੀਡੀਆ ਦਾ ਪੱਤਰਕਾਰ ਵੀਰ ਜਾ ਕੇ ਤੇ ਉੱਥੇ ਕੈਮਰਾ ਮਾਰ ਕੇ ਦਿਖਾ ਰਿਹਾ ਸੀਗਾ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਅੱਜ ਵੀ ਕੱਚੀਆਂ। 75 ਸਾਲਾਂ ਦੇ ਵਿੱਚ ਸਾਡੀਆਂ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਤੁਰੀਆਂ ਆ ਰਹੀਆਂ। ਸਰਕਾਰ ਲੱਖਾਂ ਕਰੋੜਾਂ ਰੁਪਏ ਫੰਡ ਦਿੰਦੀ ਹੈਗੀ ਹੈ, ਉਹ ਅਗਰ ਅਸੀਂ ਸਾਫ਼ ਨੀਅਤ ਦੇ ਨਾਲ ਨਹੀਂ ਲਗਾ ਰਹੇ ਹੈਗੇ। PCT ਹਿਊਮੈਨਿਟੀ ਇੱਕ ਉਹ ਸੰਸਥਾ ਹੈਗੀ ਹੈ ਕਿ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਗੁਰੂਆਂ ਦੇ ਫਲਸਫੇ ਤੇ ਚੱਲਿਆ ਹੈਗਾ, ਮਿਹਨਤ ਕੀਤੀ ਹੈਗੀ ਹੈ ਸਾਰੇ ਹੀ। ਮੈਂ ਅੱਜ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਫਿਰ ਤੋਂ ਮੇਰੇ ਦਿਲ 'ਚ ਇੱਕ ਸੇਵਾ ਦੀ ਭਾਵਨਾ ਹੈ। ਮੈਂ ਕਦੀ ਵੀ ਕੋਈ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਕੀਤਾ ਹੈਗਾ ਕਿ ਕਿਸੇ ਤੋਂ ਮੰਗ ਕੇ ਇਹ ਕੰਮ ਕੀਤੇ ਹੈਗੇ ਆ। ਮੇਰੇ ਭਰਾਵਾਂ ਦਾ ਮੇਰੇ ਨਾਲ ਬਹੁਤ ਸਾਥ ਹੈ, ਜੋ ਕਿ ਮੇਰੇ ਦੋਸਤ ਰੂਪੀ ਮੇਰੇ ਭਰਾ ਮੇਰੇ ਨਾਲ ਖੜੇ ਆ, ਇਸ ਸੁੱਖ ਦੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਆ। ਮੇਰੇ ਨਾਲ ਹਰ ਧਰਮ ਦਾ, ਹਰ ਮੁਲਕ ਦਾ ਇਨਸਾਨ ਨਾਲ ਖੜਿਆ। PCT ਹਿਊਮੈਨਿਟੀ ਨੂੰ ਕਿਸੇ ਵੀ ਛੋਟੀ ਜੀ ਵਰਤਨ ਦੇ ਵਿੱਚ ਇਕੱਠਾ ਕਰਕੇ ਉਸ ਨੂੰ ਇੱਕ ਨਜ਼ਰੀਏ ਨਾਲ ਦੇਖਣਾ ਕਿ ਸ਼ਾਇਦ ਇਹ ਐਸੇ ਕੰਮਾਂ ਲਈ ਕਰ ਰਹੇ ਹੈਗੇ ਆ, ਬਿਲਕੁਲ ਨਹੀਂ ਹੈਗਾ। ਸਿਆਸਤ ਦੀ ਗੱਲ ਦੀ ਤੁਸੀਂ ਜੋ ਗੱਲ ਕਰ ਰਹੇ ਹੈਗੇ ਹੋ ਕਿ ਸਿਆਸਤ ਜੋ ਹੈਗੀ ਹੈ, ਮੈਂ ਫਿਰ ਤੋਂ ਇਹ ਦੁਹਰਾਉਣਾ ਹੈਗਾ ਕਿ ਮੇਰਾ ਜੋ ਧਰਮ ਹੈ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਧਰਮ ਹੈਗਾ। ਮੈਂ ਇਹੋ ਹੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਅੱਜ 50-51 ਸਾਲ ਦੀ ਉਮਰ ਦੇ ਵਿੱਚ ਕੋਈ ਇਨਸਾਨ, ਵੈਸੇ ਤਾਂ ਲੋਕੀ ਰੱਬ ਨੂੰ ਵੀ ਬੁਰਾ ਕਹਿੰਦੇ ਹੈਗੇ ਆ, ਲੇਕਿਨ ਕੋਈ ਲਾਛਣ ਲਾਇਆ ਤੇ ਇਹ ਕਲੀਅਰ ਮੇਰਾ ਮੈਸੇਜ ਹੈ, ਮੈਂ ਜਨਤਾ ਦੇ ਨਾਲ ਖੜਾ। ਪਾਰਟੀਆਂ ਮੇਰੇ ਲਈ ਸੈਕੰਡਰੀ ਹੈ। ਪਾਰਟੀਆਂ ਇਸ ਕਰਕੇ ਸੈਕੰਡਰੀ ਹੈ ਕਿਉਂਕਿ ਪਾਰਟੀਆਂ ਨੇ ਜਨਤਾ ਦਾ ਕੀ ਚਲੋ ਮਕਾਈ ਤੁਸੀਂ ਚੁਣਾਵ ਲੜਨ ਦੀ ਤਿਆਰੀ ਕਰ ਰਹੇ ਹੋ ਆਉਣ ਵਾਲੇ ਟਾਈਮ ਦੀ। ਮੈਂ ਭਾਈ ਸਾਹਿਬ 10 ਤਰੀਕ ਨੂੰ ਬਾਹਰ ਜਾ ਰਿਹਾ।